हाँ जी बच्चे, जिद्दां मैं तुहानूं किहा सी कि MCQs ਜਿਹੜੀ ਮੈਂ ਵੀਡੀਓ ਅਪਲੋਡ ਕਰਨ ਵਾਲੀ ਹਾਂ ਅਤੇ ਹੁਣ ਇੱਕ ਹਸਨਸ ਅਟੈਂਡੈਂਸ ਪ੍ਰੋਬਲਮ ਜਿਹੜਾ ਤੁਹਾਡਾ ਇੰਟੈਂਸਿਵ ਸਟੱਡੀ ਦਾ ਫਸਟ ਚੈਪਟਰ ਆ ਉਹਦੇ MCQs ਜਿਹੜੇ ਆ ਮੈਂ ਲੈ ਕੇ ਆ ਚੁੱਕੀ ਹਾਂ। ਅਸੀਂ ਇੱਕ ਮੇਰੇ ਕੋਲ ਇਹ ਹੈਗੀ ਆ ਬੁੱਕ ਕੁਇਕ ਪੀ ਯੂਨੀਮੈਕਸ ਦੀ ਬੁੱਕ ਹੈ ਅਤੇ ਅਸੀਂ ਇੱਥੋਂ ਆਪਾਂ ਪਹਿਲਾਂ ਜਿਹੜੇ MCQs ਆ ਉਹ ਪ੍ਰੈਕਟਿਸ ਕਰਾਂਗੇ। ਵਟ ਵਾਜ਼ ਹਸਨ ਸਟਡਿੰਗ? ਹਸਨ ਕੀ ਪੜ੍ਹ ਰਿਹਾ ਸੀ? ਹੀ ਵਾਜ਼ ਸਟਡਿੰਗ ਇਨ ਮਾਸਟਰਸ ਇਨ ਕੰਪਿਊਟਰ ਐਪਲੀਕੇਸ਼ਨ। ਉਹ ਕੀ ਪੜ੍ਹ ਰਿਹਾ ਸੀ? ਉਹ MSc ਮਤਲਬ ਕੰਪਿਊਟਰ ਸਾਇੰਸ ਦੇ ਵਿੱਚ ਕੰਪਿਊਟਰ ਐਪਲੀਕੇਸ਼ਨਸ ਦੇ ਵਿੱਚ ਮਾਸਟਰਸ ਕਰ ਰਿਹਾ ਸੀ। ਵਾਈ ਵਰ ਹਸਨ ਪੇਰੈਂਟਸ ਕਾਲਡ ਟੂ ਸਕੂਲ? ਉਹਦੇ ਪੇਰੈਂਟਸ ਜਿਹੜੇ ਸੀ ਉਹਨਾਂ ਨੂੰ ਸਕੂਲ ਕਾਹਤੇ ਬੁਲਾਇਆ ਜਾਂਦਾ ਸੀ? ਦ ਟੀਚਰ ਗੋਟ ਟਾਇਰਡ ਆਫ ਹਿਸ ਸਟੋਰੀਜ਼। ਜਿਹੜੀ ਟੀਚਰ ਸੀ ਉਹ ਜਿਹੜੀਆਂ ਹਸਨਸ ਦੀਆਂ ਸਟੋਰੀਜ਼ ਤੋਂ ਟਾਇਰਡ ਹੋ ਥੱਕ ਚੁੱਕੀ ਸੀ ਕਿਉਂਕਿ ਉਹ ਹਮੇਸ਼ਾ ਕੋਈ ਨਾ ਕੋਈ ਨਵੀਂ ਸਟੋਰੀ ਸੁਣਾਉਂਦਾ ਸੀ। ਦ ਟੀਚਰ ਵਾਜ਼ ਫੌਂਡ ਆਫ ਹਿਸ ਪੇਰੈਂਟਸ ਕਿਉਂਕਿ ਟੀਚਰ ਉਹਦੇ ਪੇਰੈਂਟਸ ਨੂੰ ਮਿਲਣਾ ਚਾਹੁੰਦੀ ਸੀ। ਹਿਜ਼ ਪੇਰੈਂਟਸ ਨੈਵਰ ਕੇਮ ਟੂ ਸਕੂਲ ਕਿਉਂਕਿ ਉਹਦੇ ਪੇਰੈਂਟਸ ਕਦੀ ਵੀ ਸਕੂਲ ਨਹੀਂ ਆਉਂਦੇ ਸੀ। ਹੀ ਵਾਜ਼ ਇਨਡਿਸਿਪਲਨਡ ਕਿਉਂਕਿ ਹਸਨ ਇਨਡਿਸਿਪਲਨਡ ਸੀ। ਇਹਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਆ? ਹਾਂਜੀ, ਜਿਹੜੀ ਟੀਚਰ ਸੀ ਉਹ ਹਸਨ ਦੀਆਂ ਜਿਹੜੀ ਸਟੋਰੀਜ਼ ਸੀ ਉਹ ਤੋਂ ਟਾਇਰਡ ਹੋ ਸੀਗੀ। ਦ ਟੀਚਰ ਗੋਟ ਟਾਇਰਡ ਆਫ ਹਿਸ ਸਟੋਰੀਜ਼। ਵਾਟ ਵਾਜ਼ ਸੁਧਾ ਮੂਰਥੀਜ਼ ਪ੍ਰੋਫੈਸ਼ਨ? ਸੁਧਾ ਮੂਰਥੀ ਜਿਹੜੀ ਸੀ ਵੀ ਨੋ ਇਟ ਵੈਰੀ ਵੈਲ, ਜਿਹੜੀ ਸੁਧਾ ਮੂਰਥੀ ਦੁਆਰਾ ਹੀ ਇਹ ਚੈਪਟਰ ਲਿਖਿਆ ਗਿਆ ਆ ਅਤੇ ਉਹ ਕਾਲਜ ਦੀ ਇੱਕ ਲੈਕਚਰਰ ਸੀ, ਉਹ ਹਸਨ ਦੀ ਟੀਚਰ ਸੀ। ਹਾਊ ਡਿਡ ਹਸਨ ਇਨਵੇਰੀਏਬਲੀ ਫੇਅਰ ਇਨ ਦ ਐਗਜ਼ਾਮਸ? ਜਿਹੜਾ ਹਸਨ ਸੀ ਉਹ ਐਗਜ਼ਾਮਸ ਦੇ ਟਾਈਮ ਦੇ ਵਿੱਚ ਕਿੱਦਾਂ ਦਾ ਪ੍ਰੀਪੇਅਰ ਕਰਦਾ ਸੀ, ਕਿੱਦਾਂ ਕੀ ਮਤਲਬ ਕੀ ਉਹਦਾ ਹੁੰਦਾ ਸੀ ਕਿ ਚੰਗਾ ਐਗਜ਼ਾਮਸ 'ਚ ਅੱਛੇ ਮਾਰਕਸ ਲੈਂਦਾ ਸੀ, ਵੈਰੀ ਬੈਡਲੀ ਬਹੁਤ ਬੁਰੀ ਤਰ੍ਹਾਂ ਫੇਲ ਹੋ ਜਾਂਦਾ ਸੀ, ਫੇਅਰਲੀ ਵੈਲ ਵਧੀਆ ਲੈਂਦਾ ਸੀ ਅਤੇ ਗੋਟ ਫਸਟ ਕਲਾਸ। ਅਤੇ ਇਹਦਾ ਆਨਸਰ ਆ ਨਾ ਗੋਟ ਫਸਟ ਕਲਾਸ। ਉਹ ਥੋੜ੍ਹੇ ਦਿਨ ਵੀ ਪੜ੍ਹ ਕੇ ਜਿਹੜੇ ਇੰਪੋਰਟੈਂਟ ਨੋਟਸ ਆ ਜਿਹੜੇ ਉਹ ਪੜ੍ਹ ਕੇ ਉਹ ਉਸ ਵੇਲੇ ਜਿਹੜੇ ਗੁੱਡ ਮਾਰਕਸ ਲੈ ਲੈਂਦਾ ਸੀ ਅਤੇ ਫਿਰ ਫਸਟ ਕਲਾਸ ਦੇ ਵਿੱਚ ਫਸਟ ਡਿਵੀਜ਼ਨ ਨਾਲ ਪਾਸ ਹੋ ਜਾਂਦਾ ਸੀ। ਵਾਈ ਡਿਡ ਦ ਪੇਰੈਂਟ ਟੀਚਰ ਮੀਟਿੰਗ ਐਂਡ ਫਰੂਟਲੈਸ? ਜਿਹੜੀ ਪੇਰੈਂਟ ਟੀਚਰ ਮੀਟਿੰਗ ਹੁੰਦੀ ਸੀ ਹਸਨਸ ਦੀ ਜਿਹੜੀ ਟੀਚਰ ਸੀ ਜਦੋਂ ਪੇਰੈਂਟਸ ਨੂੰ ਬੁਲਾਉਂਦੀ ਸੀ ਉਹਦੇ, ਤਾਂ ਉਹ ਫਰੂਟਲੈਸਲੀ ਮਤਲਬ ਉਹਦਾ ਕੋਈ ਫਲ ਕਾਹਤੇ ਨਹੀਂ ਨਿਕਲਦਾ ਸੀ, ਕੋਈ ਉਹਦਾ ਹੱਲ ਕਾਹਤੇ ਨਹੀਂ ਨਿਕਲਦਾ ਸੀ? ਫਰੂਟਲੈਸਲੀ ਕਿੱਦਾਂ ਉਹ ਮੀਟਿੰਗ ਜਿਹੜੀ ਐਂਡ ਹੋ ਜਾਂਦੀ ਸੀ? ਉਹਦੇ ਕਾਰਨ ਪੁੱਛਿਆ ਹਿਜ਼ ਪੇਰੈਂਟਸ ਡਿਡ ਨਾਟ ਲਵ ਹਮ, ਕਿ ਜਿਹੜੇ ਪੇਰੈਂਟਸ ਸੀ ਉਹਨੂੰ ਪਿਆਰ ਨਹੀਂ ਕਰਦੇ ਸੀ। ਹਿਜ਼ ਪੇਰੈਂਟਸ ਕੰਟੀਨਿਊਡ ਆਰਗਿੰਗ ਵਿਦ ਈਚ ਅਦਰ। ਜਿਹੜੇ ਉਹਦੇ ਪੇਰੈਂਟਸ ਸੀ ਉਹ ਆਪਸ ਦੇ ਵਿੱਚ ਹੀ ਲੜਨ ਝਗੜਨ ਲੱਗ ਜਾਂਦੇ ਸੀ। ਹਿਜ਼ ਪੇਰੈਂਟਸ ਵਰ ਬਿਜ਼ੀ, ਉਹਦੇ ਪੇਰੈਂਟਸ ਜਿਹੜੇ ਸੀ ਉਹ ਬਹੁਤ ਬਿਜ਼ੀ ਸੀ। ਦੇ ਵਰ ਕੇਅਰਲੈਸ ਅਬਾਊਟ ਹਿਮ, ਉਹਦੇ ਪੇਰੈਂਟਸ ਜਿਹੜੇ ਸੀ ਉਹਦੇ ਲਈ ਬਹੁਤ ਜ਼ਿਆਦਾ ਕੇਅਰਲੈਸ ਸੀ, ਮਤਲਬ ਉਹਦੇ ਵੱਲ ਬਹੁਤਾ ਧਿਆਨ ਨਹੀਂ ਦਿੰਦੇ ਸੀ। ਇਹਦਾ ਆਨਸਰ ਕੀ ਆਣਾ? ਹਿਜ਼ ਪੇਰੈਂਟਸ ਕੰਟੀਨਿਊਡ ਆਰਗਿਊਇੰਗ ਵਿਦ ਈਚ ਅਦਰ। ਜਿਹੜੇ ਉਹਦੇ ਪੇਰੈਂਟਸ ਸੀ ਉਹ ਆਪਸ ਦੇ ਵਿੱਚ ਹੀ ਆਰਗਿਊ ਕਰਦੇ ਰਹਿੰਦੇ ਸੀ। ਵਟ ਡਿਡ ਸੁਧਾ ਮੂਰਥੀ ਵਰਕ? ਜਿਹੜੀ ਸੁਧਾ ਮੂਰਥੀ ਸੀ ਵੀ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਕੇ ਹਟੀ ਹਾਂ ਕਿ ਸੁਧਾ ਮੂਰਥੀ ਜਿਹੜੀ ਟੀਚਰ ਸੀ ਉਹ ਕੀ ਕੰਮ ਕਰਦੀ ਸੀ? ਹੀ ਵਰਕਡ ਇਨ ਨੇਬਰਹੁੱਡ, ਹੀ ਵਰਕਡ ਇਨ ਅ ਕਾਲਜ ਐਟ ਬੰਗਲੌਰ। ਅਸੀਂ ਇਹਦਾ ਆਨਸਰ ਲਿਖ ਦੇਵਾਂਗੇ ਸ਼ੀ ਵਰਕਡ ਇਨ ਅ ਕਾਲਜ ਐਟ ਬੰਗਲੌਰ। ਵਟ ਇਜ਼ ਨਰੇਟਰਸ ਪ੍ਰੋਫੈਸ਼ਨ ਇਨ ਦ ਲੈਸਨ ਹਸਨਸ ਅਟੈਂਡੈਂਸ ਪ੍ਰੋਬਲਮ? ਜਿਹੜਾ ਨਰੇਟਰ ਮਤਲਬ ਜਿਹਨੇ ਲੈਸਨ ਲਿਖਿਆ ਉਹਦਾ ਕੀ ਪ੍ਰੋਫੈਸ਼ਨ ਸੀ? ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੀ ਹਾਂ ਕਿ ਲੈਸਨ ਸੁਧਾ ਮੂਰਤੀ ਨੇ ਲਿਖਿਆ ਤਾਂ ਕੀ ਸੀ? ਉਹ ਪ੍ਰੋਫੈਸਰ ਸੀ, ਕਾਲਜ ਟੀਚਰ ਸੀ ਜਾਂ ਕਾਲਜ ਲੈਕਚਰਰ ਸੀ। ਹਾਊ ਡਿਡ ਦ ਨਰੇਟਰ ਟਰੀਟ ਹਰ ਸਟੂਡੈਂਟ ਇਨ ਦ ਲੈਸਨ ਹਸਨਸ ਅਟੈਂਡੈਂਸ ਪ੍ਰੋਬਲਮ? ਕਿੱਦਾਂ ਦਾ ਟਰੀਟ ਕਰਦੀ ਸੀ ਉਹ ਆਪਣੇ ਬੱਚਿਆਂ ਨੂੰ? ਇਨਡਿਫਰੈਂਟਲੀ ਕਰਦੀ ਸੀ, ਐਜ਼ ਹਰ ਓਨ ਚਿਲਡਰਨ, ਕੇਅਰਲੈਸਲੀ, ਰੂਡਲੀ। ਇਹਦਾ ਆਨਸਰ ਆ ਜਾਣਾ ਐਜ਼ ਹਰ ਓਨ ਚਿਲਡਰਨ। ਉਹ ਆਪਣੇ ਬੱਚਿਆਂ ਵਾਂਗ ਹੀ ਜਿਹੜੇ ਆਪਣੇ ਸਟੂਡੈਂਟ ਸੀ ਉਹਨਾਂ ਨਾਲ ਟਰੀਟ ਕਰਦੀ ਸੀ। ਹਾਊ ਡਿਡ ਸੁਧਾ ਮੂਰਥੀ ਟਰੀਟ ਹਰ ਸਟੂਡੈਂਟ? ਇਹ ਸੇਮ ਹੀ ਕੁਐਸਚਨ ਆ ਗਿਆ, ਐਜ਼ ਹਰ ਓਨ ਚਿਲਡਰਨ। ਫਿਰ ਆਪਾਂ ਅਗਲਾ ਕੁਐਸਚਨ ਪੜ੍ਹਦੇ ਹਾਂ। ਵਟ ਵਾਜ਼ ਦ ਨਰੇਟਰ ਸਟਰੈਂਥ? ਜਿਹੜੀ ਨਰੇਟਰ ਸੀ ਜਿਹਨੇ ਇਹ ਚੈਪਟਰ ਲਿਖਿਆ ਆ ਉਹਦੀ ਸਟਰੈਂਥ ਕੀ ਸੀ? ਸੁਧਾ ਮੂਰਤੀ ਦੀ ਸਟਰੈਂਥ ਕੀ ਸੀ? ਹਰ ਸਟੂਡੈਂਟਸ ਲਵ ਫॉर ਹਰ, ਜਿਹੜੇ ਸਟੂਡੈਂਟ ਸੀ ਉਹਨੂੰ ਬਹੁਤ ਪਿਆਰ ਕਰਦੇ ਸੀ, ਇਹੀ ਉਹਦੀ ਸਟਰੈਂਥ ਸੀ। ਵਟ ਵਾਜ਼ ਹਸਨ ਡੂਇੰਗ? ਹਸਨ ਕੀ ਕਰ ਰਿਹਾ ਸੀ? ਹਸਨ sells software useful in teaching maths, physics and chemistry. He sells comics, he sells dreams to children, he sells musical CDs. No, ਹਸਨ ਜਿਹੜਾ ਸੀ ਇੱਕ ਸੌਫਟਵੇਅਰ ਜਿਹੜਾ ਸੀ ਉਹ ਵੇਚ ਰਿਹਾ ਸੀ ਮੈਥਸ, ਫਿਜ਼ਿਕਸ ਅਤੇ ਕੈਮਿਸਟਰੀ ਨੂੰ ਲੈ ਕੇ।
ਉਹਦਾ ਸੋਫਟਵੇਅਰ ਸੀ ਉਹ ਵੇਚ ਰਿਹਾ ਸੀ ਆਫਟਰ ਜਦੋਂ 35 ਈਅਰਸ ਤੋਂ ਬਾਅਦ ਉਹ ਮਿਲਿਆ ਸੀ ਨਾ, ਉਹ 35 ਈਅਰਸ ਦਾ ਹੋ ਚੁੱਕਾ ਸੀ ਸੁਧਾ ਮੂਰਤੀ ਨੂੰ। ਉਸ ਵੇਲੇ ਉਹ ਇਹ ਕੰਮ ਕਰ ਰਿਹਾ ਸੀ ਅਤੇ ਜਦੋਂ ਸੁਧਾ ਮੂਰਤੀ ਨੂੰ ਮਿਲਿਆ ਉਹ ਉਹਨਾਂ ਨੂੰ ਪਹਿਚਾਣ ਨਹੀਂ ਸਕੇ ਸੀ ਅਤੇ ਫਿਰ ਬਾਅਦ ਉਹ ਬਹੁਤ ਪਲੰਪ ਹੋ ਗਿਆ ਸੀ, ਬਾਲਡ ਗੰਜਾ ਵੀ ਹੋ ਗਿਆ ਸੀ ਅਤੇ ਉਹਨੇ ਵਧੀਆ ਡਰੈਸਡ ਵੀ ਨਹੀਂ ਸੀ। ਇਹ ਵੀ ਤੁਹਾਨੂੰ ਕੁਐਸ਼ਨ ਆ ਸਕਦਾ। ਹਾਊ ਡਿਡ ਹਸਨ ਸਪੈਂਡ ਆਲ ਨਾਈਟ, ਉਹ ਆਪਣੀ ਸਾਰੀ ਰਾਤ ਜਿਹੜੀ ਕਿੱਦਾਂ ਸਪੈਂਡ ਕਰਦਾ ਸੀ। ਹੀ ਸਪੈਂਡ ਆਲ ਰੀਡਿੰਗ ਬੁੱਕਸ ਤਾਂ ਰੀਡ ਕਰਦਾ ਹੀ ਨਹੀਂ ਸੀ, ਵੀ ਨੋ ਇਟ ਬਾਈਬਲ। ਹੀ ਸਪੈਂਟ ਆਲ ਨਾਈਟ ਲਿਸਨਿੰਗ ਟੂ ਸਟੋਰੀਜ਼, ਆਪਣੇ ਗ੍ਰੈਂਡ ਪੇਰੈਂਟਸ ਵੀ ਉਹਨੂੰ ਉਹਦੀ ਕੋਈ ਵੀ ਚੈਪਟਰ 'ਚ ਜ਼ਿਕਰ ਨਹੀਂ ਹੋਇਆ। ਵੈਸੇ ਇਹ ਵੀ ਜਿਹੜੇ ਗ੍ਰੈਂਡ ਪੇਰੈਂਟਸ ਆ ਉਹ ਆਪਣੇ ਬੱਚਿਆਂ ਨੂੰ, ਜਿਹੜੇ ਆਪਣੇ ਗ੍ਰੈਂਡ ਚਿਲਡਰਨ ਆ, ਉਹਨਾਂ ਨੂੰ ਪੜ੍ਹਨ ਲਈ ਕਹਿੰਦੇ ਆ। ਅਗਰ ਸਟੋਰੀਜ਼ ਵਗੈਰਾ ਇੱਦਾਂ ਸੁਣਾਉਂਦੇ ਨਹੀਂ, ਉਹ ਆਪ ਹੀ ਇੰਨੇ ਸਮਝਦਾਰ ਹੁੰਦੇ। ਹੀ ਸਪੈਂਟ ਆਲ ਨਾਈਟ ਗੌਸਪਿੰਗ ਵਿਦ ਗਰਲ ਫਰੈਂਡਸ, ਇਹ ਗਰਲ ਫਰੈਂਡਸ ਦਾ ਵੀ ਜ਼ਿਕਰ ਨਹੀਂ ਹੋਇਆ ਕਿਤੇ ਵੀ ਲੈਸਨ 'ਚ। ਹੀ ਸਪੈਂਟ ਆਲ ਨਾਈਟ ਲਿਸਨਿੰਗ ਟੂ ਮਿਊਜ਼ਿਕ ਐਂਡ ਚੈਟਿੰਗ ਵਿਦ ਹਿਜ਼ ਫਰੈਂਡਸ, ਇਹ ਵਾਲੀ ਆਪਸ਼ਨ ਜਿਹੜੀ ਹੈ ਸਹੀ ਹੈ ਜਾਣੀ। ਹਾਊ ਡਿਡ ਹਸਨਸ ਫਾਦਰ ਟੇਕ ਦ ਨਰੇਟਰਸ ਵਰਡ ਅਬਾਊਟ ਹਸਨ, ਜਿਹੜਾ ਉਹਦਾ ਫਾਦਰ ਸੀ ਉਹ ਹਸਨ ਨੂੰ ਸੀਰੀਅਸਲੀ ਲੈਂਦਾ ਸੀ, ਕੈਜੂਅਲੀ ਲੈਂਦਾ ਸੀ, ਨਾਟ ਸੀਰੀਅਸਲੀ, ਇਨਡਿਫਰੈਂਟਲੀ। ਨਾਟ ਸੀਰੀਅਸਲੀ, ਜਿਹੜਾ ਉਹਦਾ ਫਾਦਰ ਸੀ ਉਹ ਹਸਨ ਨੂੰ ਨਾਟ ਸੀਰੀਅਸਲੀ ਲੈਂਦਾ ਸੀ। ਹਸਨ ਡਿਡ ਹਿਜ਼ ਕੰਪਿਊਟਰ ਐਜੂਕੇਸ਼ਨ ਕਿਹੜਾ ਕਾਲਜ ਦੇ ਵਿੱਚ ਕੀਤੀ, ਬੈਂਗਲੌਰ, ਵੀ ਨੋ ਇਟ ਵੈਲ। ਵਟ ਵਾਜ਼ ਦ ਪ੍ਰੋਫੈਸ਼ਨ ਆਫ ਦ ਨਰੇਟਰ, ਇਹ ਤਾਂ ਬਹੁਤ ਵਾਰੀ ਕੁਐਸ਼ਨ ਆ ਗਿਆ, ਇਹ ਤੁਸੀਂ ਖੁਦ ਹੀ ਕਰੋਗੇ, ਹੁਣ ਮੈਂ ਨਹੀਂ ਦੱਸਣਾ ਇਹ ਵਾਲਾ। ਕੰਪਿਊਟਰ ਸਾਇੰਸ ਟੀਚਰ। ਹਾਊ ਡਿਡ ਹਸਨ ਫੀਲ ਵੈਨ ਹੀ ਲੈਫਟ ਦ ਨਰੇਟਰਸ ਆਫਿਸ, ਜਦੋਂ ਨਰੇਟਰ ਦਾ ਆਫਿਸ ਉਹ ਛੱਡ ਕੇ ਗਿਆ, ਪਹਿਲਾਂ ਤਾਂ ਉਹ ਬਹੁਤ ਪੈਸੀਮਿਸਟਿਕ ਹੋ ਕੇ ਆਇਆ ਸੀ ਕਿਉਂਕਿ ਉਹ ਕੰਮ ਵੀ ਨਹੀਂ ਮਿਲਿਆ ਸੀ। ਜਦੋਂ ਉਹਦੇ ਟੀਚਰ ਨੇ ਉਹਨੂੰ ਸਮਝਾਇਆ ਤਾਂ ਆਪਟਿਮਿਸਟਿਕ ਵਿਦ ਆਸ਼ਾਵਾਦੀ, ਪੈਸੀਮਿਸਟਿਕ ਹੁੰਦਾ ਨਿਰਾਸ਼ਾਵਾਦੀ, ਆਸ਼ਾਵਾਦੀ ਹੋ ਕੇ ਗਿਆ। ਮੀਨਸ ਇਹਦਾ ਆਪਟਿਮਿਸਟਿਕ ਆਂਸਰ ਆਉਣਾ। ਹੂ ਇਜ਼ ਦ ਨਰੇਟਰ ਆਫ ਦ ਸਟੋਰੀ, ਹਸਨ ਸਰੈਂਡਸ ਪ੍ਰੋਬਲਮ। ਨਰੇਟਰ ਕੌਣ ਆ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੀ ਹਾਂ, ਸੁਧਾ ਮੂਰਤੀ। ਇਹ ਦੇਖ ਲਓ ਤੁਹਾਨੂੰ ਕਨਫਿਊਜ਼ ਕਰਨ ਲਈ, ਸੁਧਾ ਮੂਰਤੀ, ਸੁਧਾ ਮਲਹੋਤਰਾ, ਸੁਧਾ ਸ਼ਰਮਾ, ਸੁਧਾ ਧੀਰ, ਕੀ ਆਣਾ ਇਹਦਾ, ਸੁਧਾ ਮੂਰਤੀ। ਹਸਨ ਕੇਮ ਫਰੋਮ ਵੈਰੀ, ਕਿਹੜੀ ਫੈਮਿਲੀ ਸੀ, ਅਫਲੂਐਂਟ ਫੈਮਿਲੀ ਤੋਂ ਬਿਲੋਂਗ ਕਰਦਾ ਸੀ ਜਿਹੜਾ ਹਸਨ ਸੀ। ਆਨਸਰਸ ਵੀ ਵੈਸੇ ਤਾਂ ਦਿੱਤੇ ਹੋਏ ਆ। ਵਟ ਵਾਜ਼ ਹਸਨਸ ਏਜ ਵੈਨ ਹੀ ਮੈਟ ਦ ਨਰੇਟਰ ਆਫਟਰ, ਕਿੰਨੇ ਸਾਲ ਦਾ ਸੀ, ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟੀ ਹਾਂ ਇਹਦਾ, 35 ਈਅਰਸ ਦਾ ਸੀ। ਵਿਚ ਸਬਜੈਕਟ ਡਿਡ ਸੁਧਾ ਮੂਰਤੀ ਟੀਚ, ਕਿਹੜਾ ਸਬਜੈਕਟ ਸੁਧਾ ਮੂਰਤੀ ਪੜ੍ਹਾਉਂਦੇ ਸੀ, ਕੰਪਿਊਟਰ। ਕਿਹੜਾ ਪੜ੍ਹਾਉਂਦੇ ਸੀ, ਕੰਪਿਊਟਰ ਸਾਇੰਸ। ਹੂ ਵਾਜ਼ ਹਸਨ ਇਨ ਦ ਲੈਸਨ, ਹਸਨਸ ਅਟੈਂਡੈਂਸ ਪ੍ਰੋਬਲਮ, ਕੌਣ ਸੀ ਉਹ, ਇੱਕ ਸਟੂਡੈਂਟ ਸੀ। ਅਕੋਰਡਿੰਗ ਟੂ ਹਸਨ ਹੂ ਵਰ ਨਰਡਸ, ਹਾਰਡ, ਇਹਦਾ ਆਣਾ ਇਹਦਾ ਆਨਸਰ ਆਏਗਾ ਬੋਥ ਏ ਐਂਡ ਬੀ, ਜਿਹੜੇ ਬੋਰਿੰਗ ਹੁੰਦੇ ਤੇ ਅਨਫੈਸ਼ਨੇਬਲ ਹੁੰਦੇ ਆ। ਵੈਸੇ ਆਪਾਂ ਬੁੱਕ ਦੇ ਵਿੱਚ ਹਾਰਡ ਵਰਕਰਸ ਆਰ ਨਰਡਸ ਆ ਨਾ, ਮੇਰੇ ਮੂੰਹ 'ਚੋਂ ਪਹਿਲਾਂ ਨਿਕਲਣ ਲੱਗਾ ਸੀ ਹਾਰਡ ਵਰਕਰਸ, ਪਰ ਹਾਰਡ ਵਰਕਰਸ ਦੀ ਤਾਂ ਇਹਦੇ ਵਿੱਚ ਆਪਸ਼ਨ ਹੀ ਨਹੀਂ ਹੈਗੀ। ਕੀ ਆਣਾ ਇੱਥੇ, ਬੋਰਿੰਗ ਐਂਡ ਅਨਫੈਸ਼ਨੇਬਲ। ਹਸਨ ਫੈਲਟ ਡੈਸ਼ ਔਨ ਲਿਵਿੰਗ, ਕਿੱਦਾਂ ਦਾ, ਆਪਟੀਮਿਸਟਿਕ। ਪਹਿਲਾਂ ਵੀ ਕਰਕੇ ਕਿੱਦਾਂ ਦਾ, ਜਦੋਂ ਉਹਨੇ ਆਪਣੇ ਟੀਚਰ ਦੇ ਕੋਲੋਂ ਮੁੜਿਆ ਫਿਰ ਉਹ ਕਿੱਦਾਂ ਦਾ ਫੀਲ ਕਰ ਰਿਹਾ ਸੀ, ਆਪਟੀਮਿਸਟਿਕ। ਹਾਊ ਡਿਡ ਹਸਨਸ ਫਾਦਰ ਟੇਕ ਦ ਨਰੇਟਰਸ ਵਰਡ ਅਬਾਊਟ ਹਸਨ, ਕਿੱਦਾਂ ਦਾ, ਜਿਹੜੇ ਸੀਰੀਅਸਲੀ ਲੈਂਦੇ ਸੀ, ਜਿੱਦਾਂ ਜਿਹੜੀ ਉਹਦੀ ਟੀਚਰ ਕਹਿੰਦੀ ਸੀ ਕਿ ਤੁਹਾਡਾ ਬੱਚਾ ਇੱਦਾਂ ਆ, ਉਹਦਾ ਫਾਦਰ ਉਹਨਾਂ ਦੇ ਵਰਡਸ ਨੂੰ ਸੀਰੀਅਸਲੀ ਲੈਂਦਾ ਸੀ, ਨਹੀਂ ਲੈਂਦਾ ਸੀ। ਪਹਿਲਾਂ ਵੀ ਅਸੀਂ ਸੇਮ ਜਿਹੜਾ ਕੁਐਸ਼ਨ ਆ ਕਰਕੇ ਹਟੇ ਹਾਂ। ਹਸਨ ਯੂਜ਼ ਟੂ ਸਪੈਂਡ ਆਲ ਨਾਈਟ ਲਿਸਨਿੰਗ ਮਿਊਜ਼ਿਕ ਐਂਡ ਡੈਸ਼ ਵਿਦ ਫਰੈਂਡਸ, ਇਹ ਵੀ ਪਹਿਲਾਂ ਵੀ ਆਪਾਂ ਕਰਕੇ ਹਟੇ ਹਾਂ, ਚੈਟਿੰਗ ਵਿਦ ਫਰੈਂਡਸ। ਸੁਧਾ ਮੂਰਤੀ ਟੌਟ ਹਸਨ ਫॉर ਡੈਸ਼ ਈਅਰਸ, ਕਿੰਨੇ ਸਾਲਾਂ ਲਈ ਪੜ੍ਹਾਇਆ ਸੀ ਜਿਹੜਾ ਸੁਧਾ ਮੂਰਤੀ ਨੇ ਸੀ ਹਸਨ ਨੂੰ, ਕਿੰਨੇ ਸਾਲਾਂ ਲਈ ਪੜ੍ਹਾਇਆ ਸੀ, 3 years। ਹਸਨ ਵਾਜ਼ ਨਾਟ ਐਰੋਗੈਂਟ, ਉਹ ਐਰੋਗੈਂਟ ਨਹੀਂ ਸੀ, ਬਟ ਨੋਟੀ ਸੀ, ਇਨਡਿਸਿਪਲਨਡ ਸੀ, ਰੈਗੂਲਰ ਸੀ, ਡਿਸਿਪਲਨਡ ਸੀ, ਉਹ ਸੀ ਇਨਡਿਸਿਪਲਨਡ। ਅਰਨਿੰਗ ਮਨੀ ਇਜ਼ ਨਾਟ ਦ ਓਨਲੀ ਥਿੰਗ ਇਨ ਲਾਈਫ, ਹਸਨਸ ਡੈਸ਼ ਸੈਟ, ਅਰਨਿੰਗ ਮਨੀ ਇਜ਼ ਨਾਟ, ਉਹਦੇ ਮੰਮਾ ਕਹਿੰਦੇ ਸੀਗੇ, ਕੌਣ ਕਹਿੰਦਾ ਸੀ, ਮਦਰ ਆਣਾ, ਕਿਉਂਕਿ ਉਹ ਉਹਦੇ ਫਾਦਰ ਨੂੰ ਕਹਿੰਦੇ ਸੀ ਕਿ ਤੁਸੀਂ ਅਰਨਿੰਗ ਮਨੀ ਦੇ ਵੱਲ ਹੀ ਧਿਆਨ ਦੇਈ ਜਾ ਰਹੇ, ਆਪਣੇ ਬੱਚੇ ਵੱਲ ਵੀ ਥੋੜ੍ਹਾ ਧਿਆਨ ਦਿਓ ਨਾ, ਇਸ ਕਰਕੇ ਅਸੀਂ ਇੱਥੇ ਲਿਖਾਂਗੇ ਮਦਰ। ਹਸਨ ਵਾਜ਼ ਸੈਲਿੰਗ ਲੇਟੈਸਟ ਸੋਫਟਵੇਅਰ ਇਨ, ਕਿਹੜੇ ਸਕੂਲ ਵੇਚ ਰਿਹਾ ਸੀ ਉਹ, ਆਪਾਂ ਪਹਿਲਾਂ ਵੀ ਮੈਂ ਤੁਹਾਨੂੰ ਸ਼ਾਇਦ ਦੱਸਿਆ ਹੋਏ, ਮਿਡਲ ਸਕੂਲ ਦਾ ਜਿਹੜਾ ਸੋਫਟਵੇਅਰ ਸੀ ਉਹ ਵੇਚ ਰਿਹਾ ਸੀ।
ਟੂ ਐਰ ਇਜ਼ ਹਿਊਮਨ। ਯੈਸ, ਇਹ ਤਾਂ ਸਾਰਿਆਂ ਨੂੰ ਹੀ ਪਤਾ ਹੋਣਾ, ਟੂ ਐਰ ਇਜ਼ ਹਿਊਮਨ, ਟੂ ਫੋਰਗਿਵ ਇਜ਼ ਡਿਵਾਈਨ। ਮਨੁੱਖ ਗਲਤੀ ਕਰਦਾ ਆ ਤੇ ਜਿਹੜਾ ਪਰਮਾਤਮਾ ਆ ਉਹਨੂੰ ਫੋਰਗਿਵ ਕਰਦਾ, ਮਤਲਬ ਉਹਨੂੰ ਬਖਸ਼ਦਾ ਆ। ਹਸਨ's father was a dash man, ਕਿੱਦਾਂ ਦੇ ਮੈਨ ਸੀ? ਇੰਟੈਲੀਜੈਂਟ ਮੈਨ ਸੀ, ਪੂਅਰ ਮੈਨ ਸੀ, ਲੇਜ਼ੀ ਮੈਨ ਸੀ ਤੇ ਬਿਜ਼ੀ ਮੈਨ ਸੇ ਬਿਜ਼ੀ ਮੈਨ ਆਣਾ। what was ਹਸਨ what type of student was ਹਸਨ? ਹਸਨ ਕਿੱਦਾਂ ਦਾ ਸਟੂਡੈਂਟ ਸੀ, ਕਿੱਦਾਂ ਦੀ ਟਾਈਪ ਸੀ ਉਹਦੀ? ਡਿਸਿਪਲਨਡ ਸੀ, ਇਨਡਿਸਿਪਲਨਡ ਸੀ, ਸ਼ਾਰਪ ਸੀ, ਬ੍ਰਾਈਟ ਬਟ ਇਰੈਗੂਲਰ। ਬ੍ਰਾਈਟ ਸੀ ਬਟ ਇਰੈਗੂਲਰ ਸੀ, ਕਿਉਂਕਿ ਉਹ ਥੋੜਾ ਚਿਰ ਹੀ ਪੜ੍ਹ ਕੇ ਆਪਣੇ ਇੰਨੇ ਮਾਰਕਸ ਲੈ ਲੈਂਦਾ ਨਾ ਸੀ ਨਾ, ਇਸ ਕਰਕੇ ਉਹ ਬ੍ਰਾਈਟ ਵੀ ਸੀ ਤੇ ਇਰੈਗੂਲਰ ਸੀ, ਬਟ ਕਿਉਂਕਿ ਉਹ ਆਉਂਦਾ ਨਹੀਂ ਸੀ ਇਸ ਕਰਕੇ। what was the narrator strength? ਇਹ ਪਹਿਲਾਂ ਵੀ ਕਰਕੇ ਹਟਿਆ। her students love for her। ਮੈਂ ਬੱਚੇ ਇੱਕ ਹੋਰ ਗੱਲ ਤੁਹਾਨੂੰ ਦੱਸਾਂਗੀ ਕਿ ਜਿਹੜੀ ਤੁਹਾਡੀਆਂ ਹੈਲਪ ਬੁੱਕਸ, ਕਿਸੇ ਵੀ ਤਰ੍ਹਾਂ ਦੀਆਂ ਹੈਲਪ ਬੁੱਕਸ ਆਉਂਦੀਆਂ ਆ, ਉਹਦੇ ਵਿੱਚ ਕਾਫੀ ਸਾਰੇ ਇੱਦਾਂ ਦੇ ਪਿੱਛੇ ਆਨਸਰਸ ਦਿੱਤੇ ਹੁੰਦੇ ਆ ਜਿਹੜੇ ਗਲਤ ਹੁੰਦੇ ਆ, ਇਸ ਕਰਕੇ ਤੁਸੀਂ ਉਹਨਾਂ ਵੱਲ ਬਹੁਤਾ ਉਹ ਨਹੀਂ ਕਰਨਾ ਹੈਗਾ। ਹੁਣ ਆਪਾਂ ਜਿਹੜੇ ਇਹ ਤੁਹਾਡੀ MBD ਦੇ ਵਿੱਚ ਗਾਈਡ ਆ ਜਿਹੜੀ ਤੁਹਾਨੂੰ ਲੱਗੀ ਉਹਦੇ ਵਿੱਚੋਂ ਆਪਾਂ ਕੁਐਸਚਨਸ ਜਿਹੜੇ ਕਰਕੇ ਦੇਖਦੇ ਹਾਂ ਆਬਜੈਕਟਿਵ ਟਾਈਪ, ਇਹ ਤੁਹਾਨੂੰ ਪੱਕਾ ਆਉਂਦੇ ਹੀ ਹੋਣੇ ਵੈਸੇ ਤਾਂ। what was narrator's occupation? ਨਰੇਟਰ ਦਾ ਆਕੂਪੇਸ਼ਨ ਕੀ ਸੀ? ਇਹ ਤਾਂ ਆਪਾਂ ਪਹਿਲਾਂ ਵੀ ਕਰਕੇ ਹਟੇ ਹਾਂ। ਉਹ ਕੀ ਸੀ? ਇੱਕ ਕੰਪਿਊਟਰ ਸਾਇੰਸ ਟੀਚਰ ਸੀ। why was ਹਸਨ not noticed by the teacher? ਉਹ ਹਸਨ ਜਿਹੜਾ ਸੀ ਆਪਣੇ ਟੀਚਰ ਦੇ ਨੋਟਿਸ ਦੇ ਵਿੱਚ ਕਾਹਤੇ ਨਹੀਂ ਆਉਂਦਾ ਸੀ? ਕਿਉਂਕਿ ਉਹ ਬਹੁਤ ਘੱਟ ਪ੍ਰੈਜੈਂਟ ਹੁੰਦਾ ਸੀ। ਟੀਚਰਸ ਨੂੰ ਕਿਹੜਾ ਯਾਦ ਰਹਿੰਦਾ ਹੈ ਨਾ, ਫਿਰ ਜਿਹੜੇ ਬੱਚੇ ਰੋਜ਼ ਆਉਂਦੇ ਹੀ ਨਹੀਂ ਸਕੂਲ, ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਵੀ, ਫਿਰ ਜਦੋਂ ਕਿਸੇ ਦਿਨ ਇੱਕ ਅੱਧੇ ਦਿਨ ਆ ਜਾਂਦੇ ਫਿਰ ਕਹਿੰਦੇ ਹੁੰਦੇ ਅੱਛਾ ਤੁਸੀਂ ਨਿਊ ਸਟੂਡੈਂਟ ਆ? ਕਹਿੰਦੇ ਨਹੀਂ ਜੀ ਅਸੀਂ ਇੱਥੇ ਪੜ੍ਹਦੇ ਹਾਂ। ਫਿਰ ਟੀਚਰ ਵੀ ਹੈਰਾਨ ਹੁੰਦੇ ਆ, ਕਹਿੰਦੇ ਅਸੀਂ ਤਾਂ ਪਹਿਲਾਂ ਤੁਹਾਨੂੰ ਦੇਖਿਆ ਹੀ ਨਹੀਂ। why would the narrator render attendance to Hassan every time? he would beg for attendance in pitiful manner and the narrator could not say। ਬਹੁਤ ਹੀ ਪਿਟੀਫੁਲ ਮੈਨਰ ਦੇ ਵਿੱਚ ਉਹ ਕਹਿੰਦਾ ਸੀ, ਬੈਗ ਕਰਦਾ ਸੀ ਅਟੈਂਡੈਂਸ ਪੂਰੀ ਕਰਵਾਉਣ ਲਈ, ਇਸ ਕਰਕੇ ਜਿਹੜਾ ਟੀਚਰ ਸੀ ਉਹਨੂੰ ਨਾ ਵੀ ਨਹੀਂ ਕਹਿ ਪਾਉਂਦੇ ਸੀ। ਵਾਈ ਵਰ ਹਸਨ's ਪੇਰੈਂਟਸ ਕਾਲ ਟੂ ਸਕੂਲ? ਕਿਉਂਕਿ ਉਹ ਇਰੈਗੂਲਰ ਤੇ ਡਿਸਿਪਲਨਡ ਸੀ, ਇਸ ਕਰਕੇ ਉਹਦੇ ਪੇਰੈਂਟਸ ਨੂੰ ਜਿਹੜੇ ਬੁਲਾਇਆ ਜਾਂਦਾ ਸੀ ਸਕੂਲ। ਡਿਊਰਿੰਗ ਵਿਚ ਡੇਜ਼ ਵੁੱਡ ਹਸਨ ਆਫਨ ਸ਼ੋ ਅਪ ਇਨ ਦ ਕਲਾਸਿਸ? ਓਨਲੀ ਉਹ ਉਹਨਾਂ ਦਿਨਾਂ 'ਚ ਹੀ ਪਾਇਆ ਜਾਂਦਾ ਸੀ ਸਕੂਲ ਜਦੋਂ ਕਲਾਸ ਟੈਸਟ ਵਗੈਰਾ ਹੁੰਦੇ ਸੀ, ਜਾਂ ਫਿਰ ਐਗਜ਼ਾਮੀਨੇਸ਼ਨ ਦੇ ਵੇਲੇ ਹੀ ਪਾਇਆ ਜਾਂਦਾ ਸੀ ਜਿਹੜਾ ਉਹ ਕਲਾਸ ਦੇ ਵਿੱਚ, ਨਹੀਂ ਤਾਂ ਆਲੇ ਦੁਆਲੇ ਹੀ ਘੁੰਮਦਾ ਰਹਿੰਦਾ ਸੀ। ਵਟ ਵਾਜ਼ ਹਸਨ's ਮਦਰ ਪਲੀਫ ਟੂ ਹਿਜ਼ ਫਾਦਰ? ਉਹਦੇ ਮਦਰ ਜਿਹੜੇ ਆ ਉਹ ਆਪਣੇ ਜਿਹੜੇ ਹਸਬੈਂਡ ਆ ਉਹਨਾਂ ਨੂੰ ਕੀ ਕਰਦੇ ਸੀ, ਮਤਲਬ ਕਿ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਸੀ। ਉਹ ਕਹਿੰਦੇ ਸੀ ਕਿ ਤੁਸੀਂ ਖੁਦ ਆਪਣੇ ਬੱਚੇ ਨਾਲ ਗੱਲ ਕਰੋ, ਕਿਉਂਕਿ ਜਿਹੜੇ ਮੰਮਾ ਨੂੰ ਲੱਗਦਾ ਸੀ ਕਿ ਜਿਹੜਾ ਬॉयਜ਼ ਆ ਉਹ ਆਪਣੀ ਮਦਰ ਦੇ ਨਾਲੋਂ ਜਿਹੜੇ ਫਾਦਰ ਦੇ ਨਾਲ ਵੱਧ ਅਟੈਚਡ ਹੁੰਦੇ ਆ। ਵਾਈ ਡਿਡ ਦਾ ਪੇਰੈਂਟ ਟੀਚਰ ਫਰੂਟਲੈਸਲੀ? ਇਹ ਵੀ ਕਰ ਸਕਦੇ ਕਿਉਂਕਿ ਉਹ ਆਪਸ ਦੇ ਵਿੱਚ ਆਰਗਿਊਇੰਗ ਕਰਦੇ ਰਹਿੰਦੇ ਸੀ। ਦੇ ਕੁਡ ਨਾਟ ਡਿਸਾਈਡ ਹਾਊ ਟੂ ਕਰੈਕਟ ਹਸਨ? ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਇੱਦਾਂ ਆਪਾਂ ਕਰੈਕਟ ਉਹ ਕਰੀਏ ਹਸਨ ਨੂੰ। ਡਿਸਕ੍ਰਾਈਬ ਦ ਫਿਜ਼ੀਕਲ ਅਪੈਰੈਂਸ ਆਫ ਹਸਨ ਵੈਨ ਹੀ ਮੈਟ? ਫਿਜ਼ੀਕਲ ਅਪੈਰੈਂਸ ਮੈਂ ਪਹਿਲਾਂ ਵੀ ਦੱਸ ਕੇ ਹਟੇ, ਬਾਲਡ ਹੈਡ ਸੀ, ਸਮਾਰਟਲੀ ਡਰੈਸਡ ਨਹੀਂ ਸੀ, ਤੇ ਉਹ 35 ਈਅਰਸ ਦਾ ਹੋ ਗਿਆ ਸੀ। ਬਾਲਡ ਹੈਡ ਮਤਲਬ ਉਹ ਗੰਜਾ ਸੀ। ਵਟ ਹੈਡ ਦ ਨਰੇਟਰ ਐਕਸਪੈਕਟਿਡ ਹਸਨ ਟੂ ਬਿਕਮ ਇਨ ਹਿਜ਼ ਲਾਈਫ? ਕੀ ਉਹ ਐਕਸਪੈਕਟ ਕਰਦਾ ਸੀ ਨਰੇਟਰ ਕਿ ਉਹ ਕੀ ਕਰੇਗਾ ਵੱਡੀ ਲਾਈਫ? ਕਿਉਂਕਿ ਉਹਦੇ ਬਹੁਤ ਅੱਛੇ ਮਾਰਕਸ ਆ ਜਾਂਦੇ, ਥੋੜਾ ਚਿਰ ਪੜ੍ਹ ਕੇ ਉਹਦਾ ਨਰੇਟਰ ਸਮਝਦਾ ਸੀ, ਜਿਹੜੀ ਉਹਨਾਂ ਦੀ ਟੀਚਰ ਸੀ ਉਹ ਸਮਝਦੀ ਸੀ ਕਿ ਕੁਛ ਵਧੀਆ ਕਰੇਗਾ ਆਪਣੀ ਲਾਈਫ ਦੇ ਵਿੱਚ, ਬਟ ਐਦਾਂ ਨਹੀਂ ਹੋਇਆ ਕਿਉਂਕਿ ਉਹ ਇਰੈਗੂਲਰ ਸੀ। ਉਹਨੂੰ ਕੁਛ ਆਇਆ ਹੀ ਨਹੀਂ, ਸਮਝ ਹੀ ਨਹੀਂ ਆਇਆ, ਪ੍ਰੈਕਟੀਕਲੀ ਉਹਨੂੰ ਕੁਛ ਨਹੀਂ ਪਤਾ ਲੱਗਾ। ਓਨਲੀ ਉਹਦੇ ਕੋਲ ਮਾਰਕਸ ਹੀ ਸੀ, ਉਸ ਕੋਲ ਡਿਗਰੀ ਹੀ ਸੀ, ਬਟ ਕੁਛ ਹੋਰ ਨਹੀਂ ਸੀ, ਇਸ ਕਰਕੇ ਉਹ ਪਿੱਛੇ ਹੀ ਰਹਿ ਗਿਆ। ਵਟ ਹੈਡ ਦ ਨਰੇਟਰ? ਇਹ ਤਾਂ ਹੋ ਗਿਆ ਹੈ। ਹਾਊ ਡਿਡ ਹਸਨ ਸਟੱਡੀ ਵੈਨ ਹੀ ਵਾਜ਼ ਇਨ ਹਿਜ਼ ਕਾਲਜ? ਹਸਨ ਕਿੱਦਾਂ ਪੜ੍ਹਦਾ ਸੀ ਜਦੋਂ ਉਹ ਕਾਲਜ ਦੇ ਵਿੱਚ ਸੀ? ਯੈਸ, ਹੀ ਡਿਡ ਨਾਟ ਕਮ ਟੂ ਕਾਲਜ ਰੈਗੂਲਰਲੀ। ਉਹ ਕਾਲਜ ਜਿਹੜਾ ਰੈਗੂਲਰਲੀ ਨਹੀਂ ਆਉਂਦਾ ਸੀ, ਤੇ ਤਾਂ ਵੀ ਕਲਾਸ ਦੇ ਵਿੱਚ ਫਸਟ ਆ ਜਾਂਦਾ ਸੀ, ਤੇ ਇੰਪੋਰਟੈਂਟ ਕੁਐਸਚਨ ਹੀ ਪੜ੍ਹਦਾ ਸੀ। ਅਕੋਰਡਿੰਗ ਟੂ ਹਸਨ ਹੂ ਵਰ ਨਰਡਸ? ਹਾਰਡ ਵਰਕਰਸ ਆਰ ਨਰਡਸ। ਪਹਿਲਾਂ ਵੀ ਅਸੀਂ ਸੇਮ ਹੀ ਕੁਐਸਚਨ ਕਰਕੇ ਹਟੇ ਹਾਂ, ਜਿਹਦੇ ਵਿੱਚ ਆਪਾਂ ਕਿਹਾ ਸੀ ਬੋਥ B and C ਆਪਸ਼ਨਸ ਆਰ ਬੋਰਿੰਗ ਤੇ ਅਨਫੈਸ਼ਨੇਬਲ ਕਿਹਾ ਸੀ, ਉਹਦੇ ਨਾਲ ਸੇਮ ਹੀ ਰਿਲੇਟ ਕਰਦਾ ਇਹ ਵੀ ਕੁਐਸਚਨ।
ਵਾਈ ਡਿਡ ਹਸਨ ਸਟਾਰਟ ਲਿਵਿੰਗ ਸੈਪਰੇਟਲੀ, ਉਹ ਕਾਹਤੇ ਰਹਿਣ ਲੱਗ ਗਿਆ ਸੀ ਸੈਪਰੇਟਲੀ, ਕਿਉਂਕਿ ਉਹਦੇ ਫਾਦਰ ਨੂੰ ਤੋਂ ਕੁਅਲਸਮ ਨੇਚਰ, ਕਿਉਂਕਿ ਹਸਨ ਜਿਹੜਾ ਉਹ ਆਪਣੇ ਫਾਦਰ ਨਾਲ ਲੜਦਾ ਰਹਿੰਦਾ ਸੀ, ਇਸ ਕਰਕੇ ਉਹਦੇ ਫਾਦਰ ਨੇ ਉਹਨੂੰ ਸੈਪਰੇਟਲੀ ਰਹਿਣ ਲਈ ਕਹਿ ਦਿੱਤਾ ਸੀਗਾ। ਕੁਅਲਸਮ ਬਿਹੇਵੀਅਰ ਮਤਲਬ ਲੜਾਕੂ ਨੇਚਰ ਸੀ ਉਹਦਾ, ਹਸਨ ਦਾ। ਵਟ ਮੇਡ ਹਸਨ ਫੀਲ ਆਪਟੀਮਿਸਟਿਕ ਵੈਨ ਹੀ ਲੈਫਟ ਦ ਨਰੇਟਰ ਹਾਊਸ, ਉਹਨੂੰ ਆਪਟੀਮਿਸਟਿਕ ਮਤਲਬ ਆਸ਼ਾਵਾਦੀ ਕਿੱਦਾਂ ਬਣ ਗਿਆ, ਹੀ ਫੈਲਟ ਸੋ ਵੈਨ ਹਿਜ਼ ਟੀਚਰ ਟੋਲਡ ਹਿਮ ਦੈਟ ਹੀ ਹੈਡ ਦ ਐਬਿਲਿਟੀ ਟੂ ਲੀਡ ਦ ਬੈਟਰ ਲਾਈਫ ਬਾਈ ਹਾਰਡ ਵਰਕ, ਕਿ ਉਹਦੇ ਟੀਚਰ ਨੇ ਕਿਹਾ ਸੀ ਹੱਲੇ ਵੀ ਤੂੰ ਸਮਝ ਜਾ, ਹੁਣ ਵੀ ਤੁਸੀਂ ਆਪਣੇ ਹਾਰਡ ਵਰਕ ਦੇ ਨਾਲ ਜਿਹੜੀ ਇੱਕ ਵਧੀਆ ਲਾਈਫ, ਜਿਹੜੀ ਬੈਟਰ ਲਾਈਫ ਨੂੰ ਲੀਡ ਕਰ ਸਕਦੇ ਆ। ਹਾਊ ओल्ड वाज हसन व्हेन ही met the narrator as a सॉफ्टवेयर सेल्समैन, ओनली 35 ईयर, ये तो बहुत बार हो गया, ये खुद ही करो। हसन स्टडीड द एंटायर कोर्स टू स्टैंड फर्स्ट, नो फॉल्स, स्टडी पूरा कोर्स तो करता ही नहीं था वो, जो इम्पॉर्टेंट था वही पढ़ के चला जाता था। हसन कुड नॉट राइज इन हिज करियर, यस वो अपनी करियर में राइज नहीं कर पाया, क्योंकि वो तो बस उतना ही पढ़ता था जितना उस इम्पॉर्टेंट होता था। हसन डिड नॉट केयर फॉर द एडवाइस ऑफ, यस वो माता पिता की तो अपने सुनता ही नहीं था, पेरेंट्स की। हसन वॉज टोल्ड बाई हिज फादर मदर टू लिव सेपरेटली, फादर के दोबारा वो सेपरेटली रहने लग पड़ा था, कि मम्मा के नहीं, फादर के द्वारा, क्योंकि जो फादर होते हैं वही थोड़े स्ट्रिक्ट होते हैं, मम्मा तो मेरा बेटा करती रहती। नेम द राइटर ऑफ दिस लेसन, सुधा मूर्ति। अकॉर्डिंग टू हसन, nerds were hard workers, yes hard workers। हसन was absent during class test और एग्जामिनेशन, false, एबसेंट नहीं होता था वो, क्लास टेस्ट में तो आ ही जाता था पढ़ के थोड़ा बहुत। हसन फेल्ट डैश ऑन लिविंग, यस ऑप्टिमिस्टिक, ये तो बहुत बार आ गया। हाउ वॉज हसन्स एटीट्यूड टू हिज स्टडी, he did not attend studies, did not attend college, he studied only important questions, he studied by fits and starts, ਇਹਦਾ ਕੀ ਆਨਸਰ ਆ ਨਾ, ਇੰਪੋਰਟੈਂਟ ਕੁਐਸਚਨ ਸੀ ਪੜ੍ਹਦਾ ਸੀ। ਕਿਹੜੇ ਕਿੱਥੇ ਸੀ ਉਹਨਾਂ ਦਾ ਕਾਲਜ, ਗੋਟ ਐਜੂਕੇਸ਼ਨ ਕਿੱਥੋਂ ਲੈ ਰਿਹਾ ਸੀ ਉਹ, ਬੈਂਗਲੌਰ ਤੋਂ, ਪਹਿਲਾਂ ਵੀ ਕਰਕੇ ਹਟਿਆ। ਵਿਚ ਪ੍ਰੋਫੈਸ਼ਨ ਡਿਡ ਹਸਨ ਅਡੋਪਟ ਆਫਟਰ ਕੰਪਲੀਟਿੰਗ ਹਿਜ਼ ਐਜੂਕੇਸ਼ਨ, ਕਿਹੜਾ, ਸੈਲਰ ਆਫ ਸੌਫਟਵੇਅਰ, ਉਹ ਛੋਟਾ ਮੋਟਾ ਸੈਲਰ ਜਿਹੜਾ ਸੀ ਉਹ ਬਣ ਗਿਆ ਸੀਗਾ मिडिल क्लास ਦਾ बस। हाउ ओल्ड वॉज हसन, 35, ये तो कर लिया है। कंप्लीट द ऑफ्ट रिपीटेड, यू कैनॉट सी ऑल, स्पोकन बाय सुधा इन हर क्लास। फ्रॉम अ विंडो यू कैन सी द आउटसाइड वर्ल्ड, बट फ्रॉम द आउटसाइड यू कैनॉट सी ऑल दैट इज इनसाइड, यस ये बहुत ही अच्छी लाइन है, ये मैं तो अपनी नोटबुक में ना अलग से लिख के रखूँगी, बहुत अच्छी लाइन है। उसके टीचर्स कहते थे ना, समझाते थे कि जो आप अपनी यहाँ अंदर से बाहर तो देख सकते हो, पर बाहर से अंदर नहीं देखते, यू कैनॉट सी दैट इज इनसाइड, अंदर जो है बाहर से अंदर की जो चीज़ें हैं उसे नहीं देख सकते। जैसे हम भी क्लास में बैठे हो, हम बाहर तो देख सकते हैं, बॉयज़ भी और गर्ल्स भी बाहर देखती रहती हैं, बट जो बाहर वाले, वैसे तो टीचर्स भी बहुत तेज़ होते हैं, वो भी अंदर देख लेते हैं कि कौन शोर मचा रहा है, बट ये एक तरह का प्रोवर्ब है, यस। सो दैट्स इट। और अब हम अगला चैप्टर भी करेंगे, और मैं आपको बता रही हूँ कि वीडियो को लाइक और चैनल को सब्सक्राइब ज़रूर कर लें, सो दैट्स आपको नोटिफिकेशंस जो है मिलती रहें। बाय।